ਬਿਊਰੋਕਰੇਸੀ ਨੂੰ ਵੀ ਬੜੀ ਗੱਲ ਸਮਝ ਆਉਣੀ ਚਾਹੀਦੀ ਆ। ਜਿਹੜਾ ਇਮਾਨਦਾਰ ਬਿਊਰੋਕਰੈਟ ਆ ਉਹਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਤੇ ਨਾ ਆਊਗੀ, ਲੇਕਿਨ ਜਿਹੜਾ ਕੋਈ ਇਦਾਂ ਦਾ ਹੋਇਆ ਉਹ ਆਪਣਾ ਸੋਚ ਸਮਝ ਕੇ ਚੱਲੇ। ਸਾਡਾ ਜਿਹੜਾ ਯੂਥ ਹੈ ਕਿਤੇ ਨਾ ਕਿਤੇ, ਜਦੋਂ ਕਿਤੇ ਯੂਥ ਵਿਹਲਾ ਹੁੰਦਾ, ਐਗਰੈਸਿਵ ਯੂਥ ਹੈ ਪੰਜਾਬੀ, ਉਹ ਕਿਤੇ ਨਾ ਕਿਤੇ ਡਰੱਗ ਵੱਲ ਨੂੰ ਉਹਦਾ ਮੂੰਹ ਹੋ ਜਾਂਦਾ। ਜਦੋਂ ਅਸੀਂ ਉਹਨੂੰ ਚੈਨਲਾਈਜ਼ ਕਰਕੇ 2-3 ਘੰਟੇ ਇੰਗੇਜ ਕਰ ਦਾਂਗੇ ਤਾਂ ਮੈਨੂੰ ਲੱਗਦਾ ਕਿ ਉਹ ਪੰਜਾਬ ਲਈ ਜਿਹੜੀ ਇਹ ਸਮੱਸਿਆ ਹੈਗੀ ਆ ਉਹਦੇ ਵਿੱਚ ਵੀ ਕਿਤੇ ਨਾ ਕਿਤੇ, ਮੈਂ ਦੋ ਤਰ੍ਹਾਂ ਦੀ ਹਮੇਸ਼ਾ ਡਰੱਗਸ ਦੀ ਸਮੱਸਿਆ ਗਿਣਦਾ, ਇੱਕ ਐਡਮਿਨਿਸਟ੍ਰੇਟਿਵ, ਦੂਜੀ ਸੋਸ਼ਲ। ਜਿਹੜੀ ਆ ਸਾਨੂੰ ਸੋਸ਼ਲ ਦੇ ਉੱਤੇ ਵਰਕ ਕਰਨ ਦੀ ਜ਼ਰੂਰਤ ਹੈ ਔਰ ਉਹਦੇ ਲਈ ਸਪੋਰਟਸ ਜਿਹੜਾ ਉਹ ਸਭ ਤੋਂ ਵਧੀਆ ਮੀਡੀਅਮ ਹੈ। ਡਿਸੀਜ਼ਨ ਔਰ ਇੰਟੈਲੀਜੈਂਸੀਆ ਔਰ ਠਹਿਰਾਵ, ਇਹ 5-4 ਚੀਜ਼ਾਂ ਮੈਨੂੰ ਲੱਗਦਾ ਇਹ ਸਪੋਰਟਸ ਤੋਂ ਮੈਨੂੰ ਲੱਗਦਾ ਮਿਲੀਆਂ ਹੈਗੀਆਂ। ਸੋ ਉਹਦੇ ਵਿੱਚੋਂ ਜੋ ਬੈਸਟ ਪੋਸੀਬਲ ਹੋ ਸਕਦਾ, ਕਿਉਂਕਿ ਗਿਵਨ ਸਿਚੁਏਸ਼ਨ ਜਿਹੜੀ ਆ ਉਹ ਯੈਸ ਟਾਈਮ ਲਿਮਿਟ ਹੈਗਾ, ਲੇਕਿਨ ਮੈਨੂੰ ਇਹੋ ਜਿਹੇ ਟਾਈਮ ਦੇ ਵਿੱਚ ਖੇਡਣ ਦਾ ਮਜ਼ਾ ਆਉਂਦਾ। ਅਸੀਂ ਇਸ ਵਕਤ ਵਿਧਾਇਕ ਪ੍ਰਗਟ ਸਿੰਘ ਦੇ ਘਰ ਖੜੇ ਆ। ਤਿਆਰੀਆਂ, ਮਾਹੌਲ ਜਸ਼ਨ ਵਾਲਾ ਆ, ਵਧਾਈਆਂ ਮਿਲ ਰਹੀਆਂ ਨੇ ਤੇ ਪ੍ਰਗਟ ਸਿੰਘ ਤੁਸੀਂ ਘਰ ਦੇਖ ਸਕਦੇ ਹੋ ਕਿ ਇਹ ਸਰਕਾਰੀ ਰਿਹਾਇਸ਼ ਤੇ ਜਿਹੜਾ ਕਿ ਟੈਂਟ ਲੱਗ ਚੁੱਕੇ ਨੇ ਤੇ ਖੁਸ਼ੀ ਆ ਚਿਹਰੇ ਤੋਂ ਜ਼ਾਹਿਰ ਹੁੰਦੀ ਹੈ। ਖੁਸ਼ੀ ਲੱਗਦਾ ਆ ਕਿ ਕੁਝ ਵੱਡਾ ਮਕਸਦ ਹੈ। ਪ੍ਰਗਟ ਸਿੰਘ ਜੀ, ਵੱਡਾ ਮਕਸਦ ਹੈ। ਜੇਕਰ ਗੱਲ ਕਰ ਲਈਏ, ਅਸੀਂ ਮੈਦਾਨ ਦੀ ਗੱਲ ਕਰਦੇ ਹਾਂ, ਬੜੇ ਗੋਲ ਹੋਏ ਨੇ। ਸਭ ਤੋਂ ਪਹਿਲਾ ਗੋਲ ਮੰਤਰੀ ਮੰਡਲ ਦੇ ਵਿੱਚ ਆਉਂਦੇ ਕੀ ਹੈ? ਦੇਖੋ, ਪੰਜਾਬ ਲਈ ਜੋ ਬੈਸਟ ਪੋਸੀਬਲ ਹੈ, ਕਿਉਂਕਿ ਹਜੇ ਫਾਈਨਲ ਜਿਹੜਾ ਨਾਂ ਆ ਉਹ ਆਉਣਾ ਹੈਗਾ। ਦੇਖੋ ਇਹ ਤੇ ਤਿਆਰੀਆਂ, ਦੇਖੋ ਮੇਰੇ ਹਲਕੇ ਦੇ ਮੇਰੇ ਜਿਹੜੇ ਅਦਰਵਾਈਜ਼ ਵੀ ਅਸੀਂ ਲਾ ਲੈਂਦੇ ਆ, ਕੋਈ ਇਹੋ ਜਿਹੀ ਗੱਲ ਨਹੀਂ ਹੈ, ਕਿਉਂਕਿ ਅੰਦਰ ਜਗ੍ਹਾ ਥੋੜ੍ਹੀ ਆ ਤੇ ਕਿਉਂਕਿ ਬੰਦੇ ਦੇ ਦਿਲ 'ਚ ਜਗ੍ਹਾ ਹੋਣੀ ਚਾਹੀਦੀ ਆ। ਸੋ ਕਿਉਂਕਿ ਪੰਜਾਬ ਲਈ 90 ਦਿਨ 'ਚ ਕੀ ਕਰਨਾ ਤੇ ਲੌਂਗ ਟਰਮ ਤੇ ਕੀ ਹੋਣਾ ਚਾਹੀਦਾ, ਕਿਉਂਕਿ ਮੈਂ ਇੱਕ ਐਡਮਿਨਿਸਟ੍ਰੇਟਿਵ ਬੈਕਗਰਾਊਂਡ ਦਾ ਬੰਦਾ ਵੀ ਹੈਗਾ, ਕਿਉਂਕਿ ਲੀਡ ਵੀ ਕੀਤਾ ਹੈ। ਸੋ ਉਹ ਇੰਨੀ ਕੁ ਜਿਹੜੀ ਸੋਚ ਸਮਝ ਹੈਗੀ ਆ, ਲੇਕਿਨ ਡਿਸੀਜ਼ਨ ਔਰ ਇੰਟੈਲੀਜੈਂਸੀਆ ਔਰ ਠਹਿਰਾਵ, ਇਹ 5-4 ਚੀਜ਼ਾਂ ਮੈਨੂੰ ਲੱਗਦਾ ਇਹ ਸਪੋਰਟਸ ਤੋਂ ਮੈਨੂੰ ਲੱਗਦਾ ਮਿਲੀਆਂ ਹੈਗੀਆਂ। ਸੋ ਉਹਦੇ ਵਿੱਚੋਂ ਜੋ ਬੈਸਟ ਪੋਸੀਬਲ ਹੋ ਸਕਦਾ, ਕਿਉਂਕਿ ਗਿਵਨ ਸਿਚੁਏਸ਼ਨ ਜਿਹੜੀ ਆ ਉਹ ਯੈਸ ਟਾਈਮ ਲਿਮਿਟ ਹੈਗਾ, ਲੇਕਿਨ ਮੈਨੂੰ ਇਹੋ ਜਿਹੇ ਟਾਈਮ ਦੇ ਵਿੱਚ ਖੇਡਣ ਦਾ ਮਜ਼ਾ ਆਉਂਦਾ। ਕੀ ਬਾਤ ਹੈ, ਇਹ ਟਾਈਮ 'ਚ ਖੇਡਣ ਦਾ ਮਜ਼ਾ ਆਉਂਦਾ, ਪਰ ਟਾਈਮ ਲਿਮਿਟ ਹੈ। 90 ਮਿੰਟ ਦੀ ਗੇਮ ਆ ਤੇ 90 ਕ ਦੇਣਾ ਹੈ। ਸਭ ਤੋਂ ਪਹਿਲਾਂ ਖੇਡਾਂ ਲਈ ਤੁਸੀਂ ਆਪਦੀ ਲਈ ਇੱਛਾ ਜ਼ਾਹਿਰ ਕੀਤੀ ਸੀ, ਹਾਲਾਂਕਿ ਕੱਲ ਮੀਟਿੰਗ ਤੁਹਾਡੀ ਨਵਜੋਤ ਸਿੰਘ ਸਿੱਧੂ ਨਾਲ ਹੋ ਚੁੱਕੀ ਹੈ। ਕੀ ਹੋਇਆ ਬਾਅਦ 'ਚ ਪਤਾ ਲੱਗੇਗਾ। ਕੀ ਸਭ ਤੋਂ ਪਹਿਲਾਂ ਖੇਡਾਂ ਲਈ ਕੀ ਕਰੋਗੇ? ਨਹੀਂ, ਦੇਖੋ ਇਹਦੇ ਵਿੱਚ 3 ਲੇਅਰ ਹੈਗੀਆਂ। ਇੱਕ ਹੈਗਾ ਕਿ ਮਾਹੌਲ ਬਣਾ ਕੇ ਉਹਦਾ ਬੇਸ ਨੂੰ ਐਕਸਪੈਂਡ ਕਰਨਾ, ਕਿਉਂਕਿ ਕਿਸੇ ਵੀ ਜੋ ਕੁਆਂਟੀਟੀ ਹੈ ਨਾ, ਕਿਉਂਕਿ 1000 ਸਪੋਰਟਸਮੈਨ ਪਿੱਛੇ ਇੱਕ ਟੌਪ ਦਾ ਪਲੇਅਰ ਬਣਦਾ, ਔਰ ਇੱਕ ਪਲੇਅਰ ਨੂੰ ਬਣਨ ਲਈ 10 ਤੋਂ 15 ਸਾਲ ਦਾ ਸਮਾਂ ਲੱਗਦਾ, ਔਰ ਉਹਦੇ ਜਿਹੜੇ ਸਟੈਪਸ ਹੈਗੇ ਆ ਉਹਨੂੰ ਬੇਸਿਕਲੀ ਮੋਨੀਟਰਿੰਗ ਦੀ ਜ਼ਰੂਰਤ ਹੈ। ਉਹਨੂੰ ਕਿਸ ਸਮੇਂ ਕਿਹੜੀ ਚੀਜ਼ ਦੀ ਰਿਕੁਆਇਰਮੈਂਟ ਹੈਗੀ ਆ, ਕਿਹੋ ਜੀ ਕੋਚਿੰਗ ਦੀ ਰਿਕੁਆਇਰਮੈਂਟ ਹੈਗੀ ਆ, ਉਹਦੇ ਲਈ ਕਿਹੋ ਜੀ ਜਿਹੜੇ ਹੈਗੇ ਆ ਸਾਡੇ ਕੋਲ ਟ੍ਰੇਨਰਸ ਹੋਣੇ ਚਾਹੀਦੇ ਆ, ਸਾਈਕੋਲੋਜਿਸਟ ਹੋਣੇ ਚਾਹੀਦੇ ਆ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਕੰਬੀਨੇਸ਼ਨ ਹੈ। ਸੋ ਉਹ ਜਿਹੜੇ ਬੇਸਿਕ ਪੈਰਾਮੀਟਰ ਆ ਉਹ ਅਸੀਂ ਇਮੀਡੀਏਟਲੀ ਕਰਨੇ ਹੈਗੇ ਆ, ਤਾਂ ਕਿ ਸਾਡਾ ਮਾਹੌਲ ਜਿਹੜਾ ਆ, ਕਿਉਂਕਿ ਮੈਂ ਤਾਂ ਇਹਨਾਂ ਚੀਜ਼ਾਂ ਨਾਲ ਮਾਹੌਲ ਵੀ ਕ੍ਰੀਏਟ ਕਰਦਾ। ਉਹਦੇ ਸਾਨੂੰ 2 ਫਾਇਦੇ ਹੋਣਗੇ। ਇੱਕ ਤਾਂ ਸਾਡੀ ਜਿਹੜੀ એનર્ਜੀ ਆ ਉਹ ਪੋਜ਼ਿਟਿਵਲੀ ਚੈਨਲਾਈਜ਼ ਹੋਗੀ। ਦੂਸਰਾ ਇਹ ਹੈ ਕਿ ਸਾਡਾ ਜਿਹੜਾ ਯੂਥ ਹੈ ਕਿਤੇ ਨਾ ਕਿਤੇ, ਜਦੋਂ ਕਿਤੇ ਯੂਥ ਵਿਹਲਾ ਹੁੰਦਾ, ਐਗਰੈਸਿਵ ਯੂਥ ਹੈ ਪੰਜਾਬੀ, ਉਹ ਕਿਤੇ ਨਾ ਕਿਤੇ ਡਰੱਗ ਵੱਲ ਨੂੰ ਉਹਦਾ ਮੂੰਹ ਹੋ ਜਾਂਦਾ। ਜਦੋਂ ਅਸੀਂ ਉਹਨੂੰ ਚੈਨਲਾਈਜ਼ ਕਰਕੇ 2-3 ਘੰਟੇ ਇੰਗੇਜ ਕਰ ਦਾਂਗੇ ਤਾਂ ਮੈਨੂੰ ਲੱਗਦਾ ਕਿ ਉਹ ਪੰਜਾਬ ਲਈ ਜਿਹੜੀ ਇਹ ਸਮੱਸਿਆ ਹੈਗੀ ਆ ਉਹਦੇ ਵਿੱਚ ਵੀ ਕਿਤੇ ਨਾ ਕਿਤੇ, ਮੈਂ 2 ਤਰ੍ਹਾਂ ਦੀ ਹਮੇਸ਼ਾ ਡਰੱਗਸ ਦੀ ਸਮੱਸਿਆ ਗਿਣਦਾ, ਇੱਕ ਐਡਮਿਨਿਸਟ੍ਰੇਟਿਵ, ਦੂਜੀ ਸੋਸ਼ਲ। ਜਿਹੜੀ ਆ ਸਾਨੂੰ ਸੋਸ਼ਲ ਦੇ ਉੱਤੇ ਵਰਕ ਕਰਨ ਦੀ ਜ਼ਰੂਰਤ ਹੈ ਔਰ ਉਹਦੇ ਲਈ ਸਪੋਰਟਸ ਜਿਹੜਾ ਉਹ ਸਭ ਤੋਂ ਵਧੀਆ ਮੀਡੀਅਮ ਹੈ। ਸੋ ਉਹਦੇ ਲਈ ਇਮੀਡੀਏਟਲੀ ਅਸੀਂ ਤਕਨੀਕੀ ਪੱਧਰ ਦੀ ਗੱਲ ਕਰ ਲਈਏ, ਕੀ ਦੇਖਦੇ ਹੋ ਹੁਣ ਤੱਕ 4.5 ਸਾਲ, ਪਿਛਲੇ 10 ਸਾਲ ਦੀ ਗੱਲ ਨਹੀਂ ਕਰਦਾ, ਇਹ 4.5 ਸਾਲ 'ਚ ਕੀ ਖਾਮੀਆਂ ਨੇ? ਦੇਖੋ ਜਿਹੜੇ ਮੇਨ ਇਸ਼ੂਜ਼ ਹੈਗੇ ਆ ਉਹ ਸਾਡਾ ਹੈਗਾ ਬਿਜਲੀ ਦਾ। ਦੇਖੋ ਬਿਜਲੀ ਦੇ ਵਿੱਚ ਅਸੀਂ ਲਗਭਗ 19,500 ਕਰੋੜ ਦੀ ਇਨਵੈਸਟਮੈਂਟ, ਜਿਹੜੇ 3 ਥਰਮਲ ਪਲਾਂਟ ਹੈਗੇ, ਉਹਦੇ ਵਿੱਚ ਅਸੀਂ ਉਹਦੀ ਰੀਪੇ ਕਰਨਾ 25 ਸਾਲਾਂ ਦੇ ਵਿੱਚ ਲਗਭਗ 2,10,000 ਕਰੋੜ ਰੁਪਈਆ। ਔਰ ਜੇ ਇੰਨੀ એનર્ਜੀ, ਜਿਹੜੀ ਇੰਨੀ ਬਿਜਲੀ ਮਹਿੰਗੀ ਹੋ ਜਾਊਗੀ, ਜੇ ਸਾਡੇ ਗੁਆਂਢੀ ਜਿਹੜੇ ਸੂਬੇ ਆ ਉਹ 3-3.5 ਰੁਪਏ ਦੀ ਦਿੰਦੇ ਆ, ਜੇ 2.5 ਰੁਪਏ ਦੀ ਦਿੰਦੇ ਆ, ਅਸੀਂ ਜੇ ਇੱਥੇ 5, 5.5, 6 ਦੀ ਦੇਵਾਂਗੇ, ਕੋਈ ਇੰਡਸਟਰੀਲਿਸਟ ਜਿਹੜਾ ਆ ਉਹ ਨਹੀਂ ਆਊਗਾ।
ਕਿਉਂਕਿ ਇਹ ਤਾਂ ਸਾਡੀਆਂ ਕਹਿਣ ਦੀਆਂ ਗੱਲਾਂ ਹੋਣਗੀਆਂ ਵੀ ਹਾਂਜੀ ਅਸੀਂ ਇੰਡਸਟਰੀ ਲਾ ਦਾਂਗੇ ਜੀ, ਅਸੀਂ ਕੁਝ ਕਰ ਦਾਂਗੇ, ਲੇਕਿਨ ਸਾਨੂੰ ਪ੍ਰੈਕਟੀਕਲ ਹੋਣਾ ਪਊਗਾ। ਕੀ ਇਹ 3 ਮਹੀਨਿਆਂ ਦੇ ਵਿੱਚ 90 ਦਿਨਾਂ 'ਚ ਜੇ ਪੋਸੀਬਲ ਹੈਗੀਆਂ ਨੇ ਇੰਡਸਟਰੀ ਨੂੰ ਵਾਪਸ ਲਿਆਂਦਾ ਜਾ ਸਕਦਾ ਹੈ ਕਿ ਅਗਲੀ ਤਿਆਰੀ ਹੈ? ਦੇਖੋ ਮਾਹੌਲ ਤਾਂ ਬਣਾਇਆ ਜਾ ਸਕਦਾ, ਆਪਾਂ ਇਹ ਕਹਿੰਦੇ ਆ ਕਿ ਉਹਦੇ ਲਈ ਕਦਮ ਤਾਂ ਪੁੱਟੇ ਜਾ ਸਕਦੇ ਆ, ਕਿਉਂਕਿ ਸਾਨੂੰ ਬਿਜਲੀ ਜਿਹੜੀ ਆ, ਕਿਉਂਕਿ એનર્ਜੀ ਜਿਹੜੀ ਆ ਹਰ ਕੰਮ ਲਈ ਚਾਹੀਦੀ ਆ, ਇਹਦੇ ਤੋਂ ਬਿਨਾਂ ਅੱਜ ਦੀ ਤਰੀਕ 'ਚ ਜ਼ਿੰਦਗੀ ਜਿਹੜੀ ਅਧੂਰੀ ਹੈਗੀ ਆ, ਲੇਕਿਨ ਉਹਦੇ ਤੇ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈ। ਅੱਛਾ, ਡਰੱਗਸ ਦੀ ਰਿਪੋਰਟ ਪਿਛਲੇ 2.5 ਸਾਲਾਂ ਤੋਂ ਹਾਈ ਕੋਰਟ ਦੇ ਵਿੱਚ ਪਈ ਹੈਗੀ ਆ, ਬੰਦ ਲਿਫਾਫਾ, ਉਹਨੂੰ ਇਮੀਡੀਏਟਲੀ ਸਾਨੂੰ ਓਪਨ ਕਰਾਉਣ ਦੀ ਜ਼ਰੂਰਤ ਆ। ਮੈਂ ਨਹੀਂ ਕਹਿੰਦਾ ਕਿ ਉਹਦੇ ਵਿੱਚ ਕੀ ਹੈਗਾ ਕੀ ਨਹੀਂ ਹੈਗਾ, ਲੇਕਿਨ ਲੈਟ ਦਾ ਪਬਲਿਕ ਨੋ ਇਟ ਕਿ ਐਕਚੁਅਲ ਗੱਲ ਕੀ ਹੈਗੀ ਆ। ਅਸੀਂ ਕਿਸੇ, ਮੈਂ ਸਪੈਸ਼ਲੀ ਮੈਂ ਤਾਂ ਇਹ ਸੋਚਦਾ ਹੁੰਦਾ ਕਿ ਕਦੀ ਵੀ ਵੈਂਡੇਟਾ ਨਹੀਂ ਹੈ, ਲੇਕਿਨ ਜਿਹੜਾ ਮਾੜਾ ਇਨਸਾਨ ਹੈ, ਮਾੜਾ ਅਨਸਰ ਹੈ, ਉਹਨੂੰ ਭੈ ਹੋਣਾ ਚਾਹੀਦਾ, ਚੰਗੇ ਨੂੰ ਕੌਨਫੀਡੈਂਸ ਹੋਣਾ ਚਾਹੀਦਾ ਕਿ ਹਾਂ ਬਈ ਹੋਰ ਰਾਜ ਕੀ ਹੈ। ਰਾਜ ਤਾਂ ਇਹੀ ਹੈ ਨਾ, ਇਦੋਂ ਗਾਂ ਤਾਂ ਕੁਛ ਰਾਜ ਨਹੀਂ ਹੈ, ਕਿਉਂਕਿ ਜਿਹੜਾ ਮਾੜਾ ਆ ਉਹਨੂੰ ਭੈ ਹੋਵੇ ਤੇ ਚੰਗੇ ਨੂੰ ਕੌਨਫੀਡੈਂਸ ਹੋਵੇ ਵੀ ਹਾਂ ਵੀ ਸਾਡਾ ਯੂਥ ਹੈ, ਉਹਨੂੰ ਅਸੀਂ ਬੇਸਿਕਲੀ ਦੇਖੋ ਜਿੰਨਾ ਚਿਰ ਰੈਵਨਿਊ ਜਨਰੇਟ ਨਹੀਂ ਹੋਊਗਾ ਉਨਾ ਚਿਰ ਅਸੀਂ ਜੌਬਸ ਨਹੀਂ ਦੇ ਸਕਾਂਗੇ, ਕਿਉਂਕਿ ਰੈਵਨਿਊ ਜਨਰੇਸ਼ਨ ਲਈ ਅਸੀਂ ਆਲਮੋਸਟ ਪਹਿਲੀ ਮੀਟਿੰਗ ਦੇ ਵਿੱਚ, ਲੇਕਿਨ ਉਹਦੀ ਜਿਹੜੀ ਇੰਪਲੀਮੈਂਟੇਸ਼ਨ ਆ, ਜਿਹਦੀ ਉਹਦੀ ਕੈਬਨਿਟ ਦੀ ਡਿਸਕਸ਼ਨ ਆ, ਉਹ ਤਾਂ ਆਉਣ ਵਾਲੀ ਉਹਦੇ ਕੈਬਨਿਟ 'ਚ ਹੋਊਗੀ। ਅਸੀਂ ਰੇਤਾ ਤੇ ਪਹਿਲਾ ਐਕਟ ਕੀਤਾ ਹੈਗਾ ਕਿ ਹਾਂ ਵੀ ਇਹਦੇ ਤੇ ਆਪਾਂ ਡਾਕੂਮੈਂਟ ਲਿਆ ਕੇ ਤੇ ਇਹਨੂੰ ਜਿਹੜਾ ਆ, ਕਿਉਂਕਿ ਉਹਦੇ ਵਿੱਚ ਸਰਕਾਰ ਨੂੰ ਬਹੁਤਾ ਲੰਮਾ ਚੌੜਾ ਰੈਵਨਿਊ ਨਹੀਂ ਆਉਂਦਾ, ਲੇਕਿਨ ਉਹਦੇ ਵਿੱਚ ਪੋਲੀਟੀਸ਼ੀਅਨ, ਉਹਦੇ ਵਿੱਚ ਬਿਊਰੋਕਰੈਟਸ, ਪੁਲਿਸ ਆਫੀਸਰ, ਉਹਦੇ ਵਿੱਚ ਮਾਈਨਿੰਗ ਆਫੀਸਰ, ਉਹਦੇ ਵਿੱਚ ਲੋਕਲ ਐਡਮਿਨਿਸਟ੍ਰੇਸ਼ਨ, ਇਹ ਕਿਤੇ ਨਾ ਕਿਤੇ ਸਾਰੀ ਅੱਖਾਂ ਮੀਟ ਕੇ ਬੈਠੇ ਆ। ਵੀ ਹੈਵ ਟੂ ਓਪਨ ਇਟ ਵੈਰੀ ਕਲੀਅਰਲੀ, ਔਰ ਈਵਨ ਕਿ ਬਿਊਰੋਕਰੇਸੀ ਨੂੰ ਵੀ ਬੜੀ ਗੱਲ ਸਮਝ ਆਉਣੀ ਚਾਹੀਦੀ ਆ। ਜਿਹੜਾ ਇਮਾਨਦਾਰ ਬਿਊਰੋਕਰੈਟ ਆ ਉਹਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ ਤੇ ਨਾ ਆਊਗੀ, ਲੇਕਿਨ ਜਿਹੜਾ ਕੋਈ ਇਦਾਂ ਦਾ ਹੋਇਆ ਉਹ ਆਪਣਾ ਸੋਚ ਸਮਝ ਕੇ ਚੱਲੇ। ਪ੍ਰਗਟ ਜੀ, ਮੇਰਾ ਆਖਰੀ ਸਵਾਲ ਹੈ, ਦਰਾੜਾਂ ਹਜੇ ਵੀ ਕਾਂਗਰਸ ਦੇ ਵਿੱਚ ਹੈਗੀਆਂ ਨੇ, ਉਹਨਾਂ ਨੂੰ ਕਿਵੇਂ ਭਰੋਗੇ? 7 ਵਿਧਾਇਕਾਂ ਨੇ ਚਿੱਠੀ ਲਿਖੀ ਆ, ਮੀਟਿੰਗ ਹੋ ਰਹੀ ਹੈ, ਰਾਣਾ ਗੁਰਜੀਤ ਦਾ ਨਾਮ ਮੰਤਰੀ ਮੰਡਲ 'ਚੋਂ ਬਾਹਰ ਕਰਨ ਦੀ ਮੰਗ। ਦੇਖੋ ਇਹੀ ਤਾਂ ਡੈਮੋਕ੍ਰੇਸੀ ਆ। ਇਹਨੂੰ ਆਪਾਂ ਜੇ ਨੈਗੇਟਿਵ ਪਾਸੇ ਸੋਚਣਾ ਹੋਵੇ ਤਾਂ ਦੇਖੋ ਜੀ ਇਹ ਦੋ ਫਾੜ ਹੋ ਗਈ, ਲੇਕਿਨ ਜੇ ਇਹਨੂੰ ਪੋਜ਼ਿਟਿਵ ਪਾਸੇ ਨੂੰ ਸੋਚਣਾ ਹੋਵੇ, ਸਾਡੀ ਤਾਂ ਲੜਾਈ ਕਾਹਦੀ ਆ? ਮੈਂ ਤਾਂ ਵਿੱਚ ਰਹਿ ਕੇ ਲੜਾਈ ਨਹੀਂ ਲੜੀ। ਕੋਈ ਪਾਰਟੀ ਜੇ ਬੀਜੇਪੀ ਦੇ ਅਗੇਂਸਟ ਜਾਂ ਮੋਦੀ ਔਰ ਅਮਿਤ ਸ਼ਾਹ ਦੇ ਅਗੇਂਸਟ ਕੋਈ ਗੱਲ ਬੀਜੇਪੀ ਵਾਲਾ ਇਹ ਕਹਿ ਸਕਦਾ, ਲੇਕਿਨ ਇਸ ਪਾਰਟੀ ਦੇ ਵਿੱਚ ਕਹਿ ਸਕਦਾ ਹੈਗਾ। ਇਸ ਪਾਰਟੀ ਦੇ ਵਿੱਚ ਇਹਨੂੰ ਇੰਟਰਨਲ ਡੈਮੋਕ੍ਰੇਸੀ ਨਹੀਂ ਮੰਨਦੇ ਇਸ ਚੀਜ਼ ਨੂੰ ਤੁਸੀਂ? ਬਿਲਕੁਲ ਕੋਈ ਨੁਕਸਾਨ ਨਹੀਂ ਹੈ, ਉਹਨਾਂ ਦੀ ਆਪਣੀ ਫੀਲਿੰਗ ਹੈ, ਉਹਦੇ ਵਿੱਚ ਡੈਫੀਨੇਟਲੀ ਜਦੋਂ ਫੀਲਿੰਗ ਹੈਗੀ ਆ ਤਾਂ ਫਿਰ ਅਲਟੀਮੇਟਲੀ ਉਹਦਾ ਸਮਾਧਾਨ ਵੀ, ਕਿਉਂਕਿ ਮੰਨ ਲਓ ਸਪੋਜ਼ ਚੁੱਪ ਕਰਕੇ ਬੈਠ ਜਾਓਗੇ, ਦਿੱਲੀ ਕੀ ਹੋ ਰਿਹਾ, ਦੇਸ਼ ਲਗਭਗ ਕਿਸ ਪਾਸੇ ਨੂੰ ਜਾ ਰਿਹਾ, ਤੇ ਬੀਜੇਪੀ ਦਾ ਕੋਈ ਬੰਦਾ ਹੈ ਜਿਹੜਾ ਕਿਤੇ ਬੋਲਦਾ ਹੈਗਾ? ਕਿਸੇ ਦੀ ਜ਼ਰੂਰਤ ਹੈ ਵੀ ਉਹ ਬੋਲੇ? ਇਹ ਲੇਕਿਨ ਇੰਟਰਨਲ ਡੈਮੋਕ੍ਰੇਸੀ ਜਦੋਂ ਮੈਂ ਹਮੇਸ਼ਾ ਗੱਲ ਕਰਦਾ ਤੇ ਉਹ ਇੰਟਰਨਲ ਡੈਮੋਕ੍ਰੇਸੀ ਜਿਹੜੀ ਕਾਂਗਰਸ ਦੇ ਵਿੱਚ ਹੈਗੀ ਆ, ਔਰ ਕੋਈ ਗੱਲ ਨਹੀਂ, ਕਿਉਂਕਿ ਡਿਫਰੈਂਸ ਆਫ ਓਪੀਨੀਅਨ ਹੈਗੀ ਆ। ਸਾਡੀ ਹਾਈ ਕਮਾਂਡ ਨੇ ਵੀ ਦੇਖਣਾ, ਪ੍ਰਧਾਨ ਜੀ ਨੇ ਵੀ ਦੇਖਣਾ, ਜਿਹੜੇ ਚੀਫ ਮਿਨਿਸਟਰ ਬੈਠੇ ਆ ਉਹਨਾਂ ਨੇ ਵੀ ਦੇਖਣਾ ਵੀ ਹਾਂ ਬਈ ਹਾਊ ਵੀ ਕੈਨ ਮੂਵ ਫਾਰਵਰਡ। ਬਿਊਰੋਕਰੇਟਸ ਦੇ ਲਈ ਚੇਤਾਵਨੀ ਹੈ, ਜੋ ਚੰਗਾ ਕੰਮ ਕਰਨਗੇ ਉਹ ਨਾਲ ਨੇ, ਨਹੀਂ ਤਾਂ ਜਿਹੜਾ ਕਿ ਕੋਈ ਕਰਪਟ ਹੈ ਉਹ ਇਸ ਫੀਲਡ ਤੋਂ ਬਾਹਰ ਹੈ। ਇਹ ਚੇਤਾਵਨੀ ਪ੍ਰਗਟ ਸਿੰਘ ਨੇ ਦਿੱਤੀ ਆ। ਹਜੇ ਹਲਫ ਲੈਣਾ ਆ, ਸਹੁੰ ਚੁੱਕਣੀ ਉਸ ਤੋਂ ਪਹਿਲਾਂ, ਲੇਕਿਨ ਤਸਵੀਰਾਂ ਤੁਹਾਨੂੰ ਉਸ ਸਰਕਾਰੀ ਰਿਹਾਇਸ਼ ਦੀਆਂ ਦਿਖਾਉਣੇ ਆ। ਤੁਸੀਂ ਦੇਖ ਸਕਦੇ ਹੋ ਕਿ ਰੌਣਕ ਪੂਰੀ ਇਸ ਵਕਤ ਪ੍ਰਗਟ ਸਿੰਘ ਦੇ ਘਰ ਦੇ ਵਿੱਚ। ਮਠਿਆਈ ਦਾ ਦੌਰ ਚੱਲ ਰਿਹਾ, ਵਧਾਈਆਂ ਦਾ ਦੌਰ ਹੈ, ਗੁਲਦਸਤੇ ਆ ਰਹੇ ਨੇ ਤੇ ਹਜੇ ਵੀ ਜਿਹੜਾ ਕਿ ਹਲਫ ਲੈਣਾ ਬਾਕੀ ਹੈ। ਸੋ ਤਿਆਰੀਆਂ ਪੂਰੀਆਂ ਨੇ, ਜਦੋਂ ਮੰਤਰੀ ਬਣਦੇ ਨੇ ਜਸ਼ਨ ਦੀ ਤਿਆਰੀ ਹੋ ਚੁੱਕੀ ਹੈ, ਲੇਕਿਨ ਜੋ ਸਮਰਥਕ ਨੇ ਉਹਨਾਂ ਤੋਂ ਜਾਣਕਾਰੀ ਲੈਣੇ ਆ, ਉਹਨਾਂ ਤੋਂ ਪੁੱਛਦੇ ਆ ਕਿ ਪ੍ਰਗਟ ਸਿੰਘ ਬਾਰੇ ਕੀ ਕਹਿੰਦੇ ਨੇ। ਸਰ ਕੀ ਨਾਮ ਹੈ ਜੀ? ਧਰਮਿੰਦਰ ਸਿੰਘ। ਕਿੱਥੋਂ ਆਏ ਹੋ? ਲੰਬੀ ਹਲਕੇ ਤੋਂ। ਲੰਬੀ ਤੋਂ ਆਏ, ਹਲਕਾ ਬਾਦਲ ਵਾਲਾ, ਤੇ ਆਏ ਪ੍ਰਗਟ ਸਿੰਘ ਕੋਲੋਂ। ਇਹ ਇਨਸਾਨ ਹੀ ਬਹੁਤ ਅੱਛਾ ਹੈ ਜੀ। ਹਾਂਜੀ। ਕਿਵੇਂ ਜਾਣਦੇ ਹੋ ਪ੍ਰਗਟ ਸਿੰਘ? ਪ੍ਰਗਟ ਸਿੰਘ ਨੂੰ ਤਾਂ ਕੌਣ ਨਹੀਂ ਜਾਣਦਾ ਜੀ। ਅੱਛਾ। ਹਾਂਜੀ। ਹਾਕੀ ਪ੍ਰੇਮੀ ਹੋ? ਹਾਂਜੀ। ਕੀ ਚਾਹੁੰਦੇ ਹੋ, ਕਿਹੜਾ ਮੰਤਰਾਲਾ ਮਿਲੇ? ਇਹਨਾਂ ਨੂੰ ਖੇਡ ਮੰਤਰਾਲਾ ਤਾਂ ਮਿਲਣਾ ਚਾਹੀਦਾ ਜੀ। ਹਾਂਜੀ। ਡਿਜ਼ਰਵ ਕਰਦੇ? ਹਾਂਜੀ। ਕੀ ਤਬਦੀਲੀਆਂ, ਕੀ ਬਦਲੀਆਂ ਚਾਹੁੰਦੇ ਹੋ? ਕਿਸ ਤਰ੍ਹਾਂ ਦੇ ਬਦਲ ਹੋਣੇ ਚਾਹੀਦੇ ਨੇ ਖੇਡ ਮੰਤਰਾਲੇ ਦੇ ਵਿੱਚ, ਖੇਡਾਂ ਦੇ ਵਿਭਾਗ 'ਚ? ਨਹੀਂ, ਉਹ ਤਾਂ ਜੀ ਹੁਣ ਅਕਸਰ ਇਹੀ ਕਰ ਸਕਦੇ, ਆਪਾਂ ਨੂੰ ਉਹਦੇ ਬਾਬਤ ਨਹੀਂ ਜ਼ਿਆਦਾ ਜਾਣਕਾਰੀ, ਪਰ ਸਾਨੂੰ ਇਹ ਪਤਾ ਵੀ ਚੰਗਾ ਕਰਨਗੇ। ਪਰ ਕਾਂਗਰਸ ਦੇ ਅੰਦਰ ਹਜੇ ਵੀ ਥੋੜਾ ਬਹੁਤ ਖਾਨਾ ਜੰਗੀ ਚੱਲੀ ਜਾਂਦੀ ਹੈ, ਉਹ ਨੁਕਸਾਨਦੇਹ ਲੱਗਦੀ ਹੈ ਕਿ ਨਹੀਂ? ਨਹੀਂ, ਹੁਣ ਤਕਰੀਬਨ ਹੋ ਜਾਏਗਾ, ਬਸ ਕੋਈ ਹਫਤਾ 10 ਦਿਨਾਂ ਦੀ ਹੈ, ਨਿਬੜ ਜਾਏਗਾ। ਲੋਕਾਂ ਦਾ ਕਹਿਣਾ ਨਿਬੜ ਜਾਏਗਾ, ਤੇ ਨਾਲ ਦੀ ਨਾਲ ਜਦੋਂ ਮੰਤਰਾਲੇ ਦੀ ਗੱਲ ਕਰਦੇ ਆ ਤਾਂ ਲੋਕ ਕਹਿੰਦੇ ਨੇ ਕਿ ਖੇਡ ਮੰਤਰਾਲਾ ਜ਼ਰੂਰ ਮਿਲਣਾ ਚਾਹੀਦਾ ਹੈ। ਗੱਲਬਾਤ
ਸਮਰਥਕਾਂ ਦੇ ਨਾਲ ਸਾਥੀਆਂ ਨਾਲ ਵੀ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਕੀ ਹਾਲ? ਅਕਾਲ। ਠੀਕ ਨੇ ਜੀ, ਕੀ ਠੀਕ। ਨਾਮ ਹੈ ਸਰ? ਮੇਰਾ ਨਾਮ ਪਵਿੱਤਰ ਸਿੰਘ ਹੈ ਜੀ। ਪਵਿੱਤਰ ਜੀ ਕੀ ਕਹਿਣਾ ਆ ਸਰਦਾਰ ਪ੍ਰਗਟ ਸਿੰਘ ਦੇ ਬਾਰੇ? ਬਤੌਰ ਇਨਸਾਨ ਕਿਵੇਂ ਨੇ, ਤੁਹਾਨੂੰ ਕਿਵੇਂ ਜਾਣ? ਬਹੁਤ ਵਧੀਆ ਇਨਸਾਨ ਨੇ। ਬੀਇੰਗ ਸਪੋਰਟਸਮੈਨ ਮੈਨੂੰ ਜਾਣਦੇ ਨੇ ਜੀ, ਪਿਛਲੇ ਕੋਈ 15 ਕੁ ਸਾਲਾਂ ਤੋਂ ਮੈਨੂੰ ਜਾਣਦੇ ਨੇ ਜੀ। ਮੈਂ ਵੀ ਸਪੋਰਟਸ ਆ, ਇਸ ਕਰਕੇ ਬਹੁਤ ਵਧੀਆ। ਨਹੀਂ, ਮੈਂ ਐਕਚੁਅਲੀ ਇਹ ਹਾਕੀ ਖੇਡਦੇ ਸੀ ਤੇ ਮੈਂ ਬੇਸਬਾਲ ਦਾ ਇੰਟਰਨੈਸ਼ਨਲ ਹਾਂ ਜੀ। ਹਾਂਜੀ ਫੋਲੋ ਕਰਦੇ ਹੋ, ਠੀਕ ਹੈ। ਗੇਮਾਂ ਦੇ ਵਿੱਚ ਦੋਵਾਂ 'ਚ ਬਹੁਤ ਫਰਕ ਆ। ਹਾਂਜੀ, ਨਹੀਂ ਉਹ ਬੇਸ ਤਾਂ ਸਾਰਿਆਂ ਦਾ ਇੱਕੋ ਹੈ ਨਾ, ਉਹ 'ਚ ਹਾਕੀ ਔਰ ਇਹ 'ਚ ਬੈਟ ਔਰ ਬਾਲ ਹੈ। ਹਾਂਜੀ ਹਾਂਜੀ। ਤੇ ਕੀ ਲੱਗਦਾ ਹੈ, ਅੱਗੇ ਤਾਂ ਹਾਕੀ ਦੀ ਸਟਿੱਕ ਦੇ ਨਾਲ ਉਸ ਮੈਦਾਨ ਦੇ ਵਿੱਚ ਤਾਂ ਬੜੇ ਝੰਡੇ ਗੱਡੇ ਨੇ, ਹੁਣ ਮੰਤਰੀ ਮੰਡਲ ਦੇ ਜਿਹੜੀ ਸਟਿੱਕ ਆਉਣੀ ਹੱਥ 'ਚ, ਉਦੋਂ ਬਾਅਦ ਸਿਆਸਤ ਦੇ ਜਾਂ ਪੰਜਾਬ ਦੇ ਮੈਦਾਨ 'ਚ ਕਿੰਨੇ ਕੁ ਝੰਡੇ ਕੱਢਣਗੇ? ਬਹੁਤ ਵਧੀਆ ਝੰਡੇ ਕੱਢਣਗੇ। ਇਮਾਨਦਾਰ ਆਦਮੀ ਨੇ ਜੀ, ਇਮਾਨਦਾਰ ਵਿਅਕਤੀ ਨੇ, ਤੇ ਇਹ ਪਹਿਲਾਂ ਪੁਲਿਸ 'ਚ ਵੀ ਰਹੇ ਨੇ, ਉਸ ਤੋਂ ਬਾਅਦ ਸਪੋਰਟ ਡਾਇਰੈਕਟਰ ਵੀ ਰਹੇ ਨੇ, ਇੰਡੀਆ ਟੀਮ ਦੇ ਹਾਕੀ ਪਲੇਅਰ ਵੀ ਨੇ, ਅਰਜੁਨ ਅਵਾਰਡੀ ਵੀ ਨੇ। ਇਹ ਤਾਂ ਸਾਰੀ ਪਬਲਿਕ ਨੂੰ ਦੱਸਣ ਦੀ ਲੋੜ ਨਹੀਂ ਹੈ, ਸਾਰਿਆਂ ਨੂੰ ਪਤਾ ਹੈ। ਪਦਮ ਸ਼੍ਰੀ ਨੇ, ਤੇ ਇਸ ਕਰਕੇ ਬਹੁਤ ਵਧੀਆ ਕੰਮ ਕਰਨਗੇ। ਇਮਾਨਦਾਰ ਹੋਣਾ ਚਾਹੀਦਾ ਬੰਦਾ। ਜੇ ਇਮਾਨਦਾਰ ਹੈ, ਗ੍ਰਾਸ ਰੂਟ ਤੋਂ ਉੱਪਰ ਆਇਆ ਤੇ ਨੈਚੁਰਲ ਹੈ, ਗ੍ਰਾਸ ਰੂਟ ਵਾਰਿਆਂ ਬਾਰੇ ਸੋਚੇਗਾ। ਕੀ ਮੰਨਦੇ ਹੋ, ਟਾਈਮ ਲਾਤਾ ਕਾਂਗਰਸ ਨੇ, ਯੰਗ ਬ੍ਰਿਗੇਡ ਚੁਣਨ ਲੱਗੇ? ਦੇਖੋ, ਕੋਈ ਵਧੀਆ ਕੰਮ ਕਰਨਾ ਹੋਵੇ ਤੇ ਟਾਈਮ ਤਾਂ ਲੱਗਦਾ ਹਰ ਚੀਜ਼ ਨੂੰ, ਤੇ ਮਗਰ ਉਹ ਜਿੱਦਾਂ ਕਹਿੰਦੇ ਪੰਜਾਬੀ ਦੀ ਕਹਾਵਤ ਹੈ, ਦੇਰ ਆਏ ਦਰੁਸਤ ਆਏ। ਤੇ ਇਹ ਤਾਂ ਪ੍ਰਗਟ ਸਿੰਘ ਹੋਰੀ ਤਾਂ ਇਦਾਂ ਦੇ ਬੰਦੇ ਆ ਵੀ ਲਾਸਟ ਜਿਹੜਾ ਨਾ ਮੂਵਮੈਂਟ 15 ਮਿੰਟ ਹੀ ਖੇਡਦੇ ਆ ਗਰਾਊਂਡ ਦੇ ਵਿੱਚ, 15 ਮਿੰਟਾਂ 'ਚ ਗੋਲ ਕਰਕੇ ਤੇ ਜਿਹੜਾ ਕੰਮ ਕਰ ਦਿੰਦੇ ਆ। ਹੁਣ ਸਿਆਸਤ 'ਚ ਆਏ ਆ, ਸਿਆਸਤ 'ਚ ਬਤੌਰ ਮੰਤਰੀ ਮੰਡਲ 'ਚ ਹੋਏ ਆ, ਔਰ ਇਹਨਾਂ ਨੇ ਵੀ ਇਹੀ ਕੰਮ ਕਰਨਾ ਇੱਥੇ, ਔਰ ਲਾਸਟ 15 ਮਿੰਟ ਹੀ ਲੈਣੇ ਇਹਨਾਂ ਨੇ, ਕੰਮ ਕਰਕੇ ਵਿਹਲੇ ਹੋ ਜਾਣਾ ਇਹਨਾਂ ਨੇ। ਲਾਸਟ 15 ਮਿੰਟ ਲੈਣੇ ਆ ਤੇ ਕੰਮ ਕਰਕੇ ਵਿਹਲੇ ਹੋ ਜਾਣਾ। ਹਾਲਾਂਕਿ ਉਹ 15 ਮਿੰਟ ਦੀ ਗੇਮ ਸ਼ਾਇਦ ਯਾਦ ਹੈ ਕਿ ਕਿਰਲੇ 15 ਮਿੰਟਾਂ ਦੇ ਵਿੱਚ ਕਿਵੇਂ ਮੈਚ ਦੇ ਵਿੱਚ ਵਿਰੋਧੀ ਟੀਮ ਦਾ ਜਿਹੜਾ ਪਾਸਾ ਉਹ ਪਲਟਿਆ ਜਾਂਦਾ, ਤਖਤਾ ਪਲਟਿਆ ਜਾਂਦਾ। ਹੁਣ ਦੇਖਣਾ ਇਹ ਹੈ ਕਿ ਮੰਤਰੀ ਮੰਡਲ ਦੀ ਸਟਿੱਕ ਦੇ ਨਾਲ ਕਿੰਨੇ ਕੁ ਗੋਲ ਪ੍ਰਗਟ ਸਿੰਘ ਕਰਦੇ ਨੇ, ਤੇ ਕਿਹੜਾ ਖਾਸ ਤੌਰ ਤੇ ਸਿਆਸੀ ਮੈਦਾਨ ਜਾਂ ਮੰਤਰੀ ਮੰਡਲ ਦਾ ਕਿਹੜਾ ਮੈਦਾਨ ਪ੍ਰਗਟ ਸਿੰਘ ਨੂੰ ਮਿਲਦਾ ਆ। ਮੈਂ ਸਰਕਾਵਾ ਆਪਣੇ ਸਹਿਯੋਗੀ ਸਮੀਰ ਦੇ ਨਾਲ, ਰੋਜ਼ਾਨਾ ਸਪੋਕਸਮੈਨ, ਚੰਡੀਗੜ੍ਹ।